ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਨ ਸ਼ਾਹੇ ਸ਼ਾਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕੰਵੜ ਕਰਮ ਨਾਮ ਬਰਨਤ ਸੁਮਤ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਣ ਕੀਓ ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂਕੈ ਰੇ ਮਨ ਭੇਦ ਬਭੇਦ ਨ ਜਾਣ ਬਿਓ ਪ੍ਰਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸ਼ਰਨਾ ਮਿਲੈ ਦਾਨ ਸੰਤਰੇਨ ਜਿਹੇ ਲਗ ਪਉ ਜਲ ਤਰਨਾ ਬਿਣਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪੰਜਵਾ। ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ
ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ। ਜਪ ਜਪ ਨਾਮ ਗੋਬਿੰਦ ਕਾ, ਪੂਰਨ ਵਿਚਾਰ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹਉ ਜੀਵਾ। ਪਾਰ ਬ੍ਰਹਮ ਆਰਾਧਤੇ, ਮੁਖ ਅੰਮ੍ਰਿਤ ਪੀਵਾ। ਰਹਾਉ ਜੀ ਜੰਤ ਸਭ ਸੁਖ ਬਸੇ, ਸਭ ਕੈ ਮਨ ਲੋਚਾ। ਪਰ ਉਪਕਾਰ ਨਿਤ ਚਿਤ ਬਤੇ, ਨਾਹੀ ਕਛ ਪੋਚਾ। ਧਨ ਸੋ ਥਾਨ ਬਸੰਤ ਧਨ, ਜਹ ਜਪਿਆ ਨਾਮ। ਕਥਾ ਕੀਰਤਨ ਹਰ ਅਤ ਘਨਾ, ਸੁਖ ਸਹਜ ਬਿਸਰਾਮ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਨਾਨਕ ਪ੍ਰਭ ਸਰਣਾਗਤੀ, ਜਾ ਕੈ ਸਭ ਕਿਛ ਹਾਥ। ਮਨ ਤੇ ਕਦੇ ਨ ਵਿਸਰੈ, ਅਨਾਥ ਕੋ ਨਾਥ। ਨਾਨਕ ਪ੍ਰਭ ਸਰਣਾਗਤੀ, ਜਾ ਕੈ ਸਭ ਕਿਛ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਉਪਸਥਿਤ ਸਤ ਸੰਗੀ ਜਨੋ, ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਵਾਲੇ ਹਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਮਿਲ ਬੈਠ ਕਰਕੇ ਪਾਵਨ ਮੁਬਾਰਕ ਬਾਣੀ ਦੇ ਇਲਾਹੀ ਕੀਰਤਨ ਸਰਵਣ ਕੀਤੇ ਹਨ। ਆਏ ਹੋਏ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਜੀ ਕਾ ਪਾਠ ਸਰਵਣ ਕੀਤਾ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਨੇ ਰਹਿਮਤ ਕੀਤੀ ਹੈ। ਸਤਿਗੁਰੂ ਜੀਓ ਕੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਬਿਲਾਵਲ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ ਕਿ ਹੇ ਭਾਈ, ਸਾਨੂੰ ਇੱਕ ਵੱਡਾ ਸੁਖ ਪ੍ਰਾਪਤ ਹੋਇਆ ਹੈ। ਸਾਨੂੰ ਇੱਕ ਵੱਡਾ ਸੁਖ ਨਸੀਬ ਹੋਇਆ ਹੈ। ਮਹਾਰਾਜ ਉਹ ਕਿਹੜਾ ਸੁਖ ਹੈ? ਮਨੁੱਖ ਨੇ ਸੋਚਿਆ ਕਿ ਹੋ ਸਕਦਾ ਹੈ
ਵੱਡਾ ਸੁਖ ਨਸੀਬ ਹੁੰਦਾ ਹੋਵੇ, ਕਿਸੇ ਥਾਂ ਦਾ ਭਰਮਣ ਕਰਕੇ, ਰਟਨ ਕਰਕੇ, ਦੇਸ਼ਾਂ ਦਸੰਤਰਾਂ ਦੇ ਅੰਦਰ ਵੱਖ-ਵੱਖ ਦੇਸ਼ਾਂ ਵਿੱਚ ਕਿਸੇ ਨੇ ਕਿਹਾ ਵੀ ਹੋ ਸਕਦਾ ਹੈ ਵੱਡਾ ਸੁਖ ਨਸੀਬ ਹੁੰਦਾ ਹੈ ਬਹੁਤਾ ਧਨ ਖੱਟਣ ਦੇ ਨਾਲ। ਕਿਸੇ ਨੇ ਕਿਹਾ ਵੀ ਚਲੋ ਇਹਨਾਂ ਵਿੱਚੋਂ ਜੇ ਸੁਖ ਨਹੀਂ, ਸੁਖ ਮਿਲਦਾ ਹੋਵੇਗਾ ਆ ਨਾਟਕ ਚੇਟਕ ਵੇਖਣ ਦੇ ਨਾਲ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਮੋਹਰ ਲਾਈ, ਨਹੀਂ ਭਾਈ ਇਹਨਾਂ ਵਿੱਚ ਵੱਡਾ ਸੁਖ ਨਹੀਂ ਹੈ। ਵੱਡਾ ਸੁਖ ਹੈ ਪਰਿਪੂਰਨ ਪਰਮਾਤਮਾ ਜੀ ਦੇ ਨਾਮ ਦੇ ਅੰਦਰ। ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਭਾਏ, ਸਰਬ ਸੁਖਾਂ ਹਾਰ ਹਾਰ ਗੁਣ ਗਾਏ। ਹੇ ਭਾਈ ਵੱਡਾ ਸੁਖ ਹੈ ਮਾਲਕ ਜੀ ਕੀ ਪਾਵਨ ਪਵਿੱਤਰ ਬਾਣੀ ਸੰਗ, ਮਾਲਕ ਜੀ ਕੇ ਪਾਵਨ ਪਵਿੱਤਰ ਬਚਨਾ ਸੰਗ ਜੁੜ ਕਰਕੇ। ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਅੱਜ ਦੇ ਪਾਵਨ ਸ਼੍ਰੀ ਮੁਖਵਾਕ ਹੰਸਾ ਸੰਗਤ ਜੀ, ਕਰੋ ਮਨ ਬਿਰਤੀਆਂ ਨੂੰ ਇਕਾਗਰ ਗੁਰਦੇਵ ਜੀਓ ਕੇ ਪਾਵਨ ਪਵਿੱਤਰ ਸ਼ਬਦ ਵਿਚਾਰ ਵੱਲ ਧਿਆਨ ਕੇਂਦਰਿਤ ਕਰੀਏ। ਮਹਾਰਾਜ ਜੀਓ ਕੇ ਪਾਵਨ ਪਵਿੱਤਰ ਮੁਬਾਰਕ ਬੋਲਾਂ ਨੂੰ ਹਿਰਦੇ ਅੰਦਰ ਵਸਾਈਏ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ। ਰਾਗ ਬਿਲਾਵਲ ਹੈ। ਸ਼ਹੀਦਾਂ ਦੇ ਸਰਤਾਜ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੇ ਉਚਾਰਨ ਕਰਤਾ ਹਨ। ਹੇ ਭਾਈ ਉਦਮ ਕਰਤ ਆਨੰਦ ਭਇਆ, ਉਦਮ ਕਰਦਿਆਂ ਆਨੰਦ ਪ੍ਰਾਪਤ ਹੋਇਆ ਹੈ। ਮਹਾਰਾਜ ਕਾਹਦਾ ਉਦਮ ਕੀਤਾ ਹੈ, ਆਹਰ ਕਾਹਦਾ ਕਰਦਾ ਹੈ। ਮਹਾਰਾਜ ਕਹਿੰਦੇ ਭਾਈ ਉਦਮ ਕੀਤਾ ਹੈ ਪ੍ਰਭੂ ਦੇ ਨਾਮ ਸਿਮਰਨ ਦਾ, ਉਦਮ ਕੀਤਾ ਹੈ ਉਹਦੇ ਨਾਮ ਜਪਣ ਦਾ। ਇੱਕ ਮਹਾਰਾਜ ਜੀਓ ਕੀ ਪੰਕਤੀ ਹੈ, ਬਚਨ ਹੈ ਸਤਿਗੁਰੂ ਜੀ ਦਾ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਇਹ ਬਾਕੀ ਤਾਂ ਸਾਰੇ ਆਹਰ ਕਰ ਲੈਂਦਾ ਹੈ, ਸਾਰੇ ਉਦਮ ਵੱਖ-ਵੱਖ ਤਰ੍ਹਾਂ ਦੇ ਉਦਮ ਕਰ ਲੈਂਦਾ ਹੈ, ਪਰ ਇੱਕ ਆਹਰ ਕਰਨ ਲੱਗਿਆਂ ਇਹ ਢਿੱਲ ਕਰ ਦਿੰਦਾ ਹੈ। ਜਿਸ ਆਹਰ ਦੇ ਨਾਲ, ਜਿਸ ਉਦਮ ਦੇ ਨਾਲ ਇਹਨੇ ਭਵਸਾਗਰ ਤੋਂ ਪਾਰ ਹੋਣਾ ਹੈ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਸਾਰਾ ਕੁਝ ਸਮਾਂ ਫਿਕਸ ਹੈ ਇਹਦੇ ਖਾਣ ਦਾ, ਇਹਦੇ ਪੀਣ ਦਾ। ਇਹਨੇ ਕਹਿ ਦਿੱਤਾ ਇੰਨੇ ਵਜੇ ਮੇਰੀ ਫਲਾਣਾ ਥਾਂ ਤੇ ਕੰਮ ਹੈ, ਇੰਨੇ ਵਜੇ ਫਲਾਣੇ ਥਾਂ ਤੇ ਹੈ। ਪਰ ਮਹਾਰਾਜਿਓ ਕੀ ਪਾਵਨ ਪਵਿੱਤਰ ਬਾਣੀ ਪੜ੍ਹਨ ਦਾ ਇਹਦੇ ਕੋਲ ਸਮਾਂ ਨਹੀਂ ਹੈ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਸ ਆਹਰ ਜਗ ਉਧਰੈ ਵਿਰਲਾ ਬੁੱਝੈ ਕੋਈ। ਭਾਈ ਉਹ ਵਿਰਲੇ ਨੇ ਜਿਹੜੇ ਉਸ ਆਹਰ ਨੂੰ, ਜਿਹੜੇ ਉਸ ਉਦਮ ਨੂੰ ਵੀ ਕਰ ਲੈਂਦੇ ਹਨ। ਮਹਾਰਾਜ ਉਹ ਕਿਹੜਾ ਉਦਮ ਹੈ ਭਾਈ, ਉਹ ਉਦਮ ਹੈ ਪ੍ਰਭੂ ਦੇ ਨਾਮ ਸਿਮਰਨ ਦਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ। ਹੇ ਭਾਈ ਆਓ ਉਸ ਪਰਿਪੂਰਨ ਪਰਮਾਤਮਾ ਇੱਕ ਦੇ ਨਾਮ ਸੰਗ ਜੁੜੋ। ਉਦਮ ਕਰਤ ਆਨੰਦ ਭਇਆ। ਮਹਾਰਾਜ ਕਹਿੰਦੇ ਭਾਈ ਜਦੋਂ ਫਿਰ ਅਸੀਂ ਉਸ ਪ੍ਰਭੂ ਦੇ ਨਾਮ ਦਾ ਉਦਮ ਕੀਤਾ, ਪ੍ਰਭੂ ਦੇ ਨਾਮ ਸਿਮਰਨ ਦਾ ਉਦਮ ਕੀਤਾ, ਉਹਨੂੰ ਜਪਣ ਦਾ ਆਹਰ ਕੀਤਾ, ਭਾਈ ਆਨੰਦ ਪ੍ਰਾਪਤ ਹੋਇਆ ਹੈ। ਉਹਦੇ ਨਾਮ ਦੇ ਵਿੱਚੋਂ ਸਾਨੂੰ ਸदैਵੀ ਆਨੰਦ ਪ੍ਰਾਪਤ ਹੋਇਆ। ਸਿਮਰਤ ਸੁਖ ਸਾਰ, ਨਾਮ ਨੂੰ ਸਿਮਰਦਿਆਂ ਸੁਖ ਰੂਪ
ਮਾਲਕ ਪਾਸੋਂ ਸਾਨੂੰ ਤਤ ਨਸੀਬ ਹੋਏ ਹਨ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਪ੍ਰਭੂ ਜੀ ਕੇ ਨਾਮ ਨੂੰ ਜਾਪ ਜਾਪ ਕੇ, ਪ੍ਰਭੂ ਜੀ ਕੇ ਨਾਮ ਨੂੰ ਸਿਮਰ ਸਿਮਰ ਕੇ, ਜਪ ਜਪ ਨਾਮ ਗੋਬਿੰਦ ਕਾ। ਫਿਰ ਕੀ ਹੋਇਆ ਭਾਈ? ਪੂਰਨ ਵਿਚਾਰ, ਉਸ ਪਰਿਪੂਰਨ ਪਰਮਾਤਮਾ ਜੀਓ ਕੇ ਪਾਵਨ ਪਵਿੱਤਰ ਸਵਰੂਪ ਦੀ ਵਿਚਾਰ ਪ੍ਰਾਪਤ ਹੋਈ। ਉਹਦੇ ਨਾਮ ਨੂੰ ਜਪਿਆ, ਉਦਮ ਮਾਲਕ ਜੀ ਨੇ ਦਿੱਤਾ, ਉਸ ਪ੍ਰਭੂ ਦੇ ਨਾਮ ਨੂੰ ਸਿਮਰਿਆ, ਪਰਿਪੂਰਨ ਪਰਮਾਤਮਾ ਜੀ ਕੇ ਨਾਮ ਨੂੰ ਸਿਮਰ ਕੇ ਜਪ ਜਪ ਨਾਮ ਗੋਬਿੰਦ ਕਾ। ਉਸ ਮਾਲਕ ਧਰਤੀ ਦੇ ਬਾਲਕ ਗੋਬਿੰਦ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਵਿਚਾਰ ਨਸੀਬ ਹੋਈ ਕਾਹਦੀ ਪੂਰਨ ਵਿਚਾਰ? ਉਸ ਪਰਿਪੂਰਨ ਪਰਮਾਤਮਾ ਜੀਓ ਕੇ ਸਵਰੂਪ ਦੀ, ਉਹਦੇ ਬਾਬਤ ਗੁਣਾਂ ਦੀ ਇਹ ਵਿਚਾਰ ਮਿਲੀ ਹੈ। ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾ। ਹੇ ਭਾਈ ਮੈਂ ਜੀਵਦਾ ਹਾਂ, ਹੇ ਭਾਈ ਮੈਂ ਜੀਵਦਾ ਹਾਂ। ਕਿਸ ਪ੍ਰਕਾਰ ਮਹਾਰਾਜ ਕਹਿੰਦੇ? ਚਰਨ ਕਮਲ ਗੁਰ ਕੇ ਜਪਤ, ਗੁਰੂ ਕੇ ਮੁਬਾਰਕ ਚਰਨ ਕਮਲਾਂ ਨੂੰ ਸਿਮਰ ਸਿਮਰ ਕੇ ਮੈਂ ਜਿਉਂਦਾ ਹਾਂ। ਆਖਾਂ ਜੀਵਾ ਵਿਸਰੈ ਮਰ ਜਾਉ। ਜੇ ਨਾਮ ਸਿਮਰਦਾ ਹਾਂ ਤਾਂ ਜੀਵਨ ਹੈ, ਜੇ ਨਾਮ ਵਿਸਰ ਜਾਏ ਤਾਂ ਭਾਈ ਆਤਮਕ ਮੌਤੇ ਮਰ ਜਾਣਾ ਹਾਂ। ਗੁਰੂ ਕੇ ਮੁਬਾਰਕ ਚਰਨ ਕਮਲ, ਉਹਨਾਂ ਨੂੰ ਜਪ ਕਰਕੇ ਜਪਤ ਹਰ ਜਪ ਹੋਂ ਜੀਵਾਂ। ਹਰੀ ਨੂੰ ਸਿਮਰਦਿਆਂ ਮੈਂ ਜੀਵਦਾ ਹਾਂ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ। ਪਰਿਪੂਰਨ ਪਰਮਾਤਮਾ ਜੀ ਨੂੰ ਆਰਾਧਦਾ ਔਰ ਮੁਖ ਤੋਂ ਮੈਂ ਪਾਵਨ ਪਵਿੱਤਰ ਮਾਲਕ ਜੀ ਦੀ ਨਾਮ ਰੂਪੀ ਬਾਣੀ ਅੰਮ੍ਰਿਤ ਨੂੰ ਮੈਂ ਪੀਵਦਾ ਹਾਂ। ਮਾਲਕ ਜੀ ਕੋਈ ਰਸਨਾ, ਨਾਮ ਨੂੰ ਰਸਨਾ ਸੰਗ ਸਿਮਰਨਾ ਭਾਈ ਇਹ ਅੰਮ੍ਰਿਤ ਪੀਣਾ ਹੀ ਹੈ। ਮਾਲਕ ਜੀ ਕੀ ਪਾਵਨ ਪਵਿੱਤਰ ਬਾਣੀ ਨੂੰ ਜਪਣਾ ਇਹ ਅੰਮ੍ਰਿਤ ਹੀ ਪੀਵਨਾ ਹੈ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ। ਮੁਖ ਸਹਿਤ ਮੈਂ ਪਾਵਨ ਮਾਲਕ ਜੀ ਕੀ ਪਾਵਨ ਪਵਿੱਤਰ ਬਾਣੀ ਦਾ, ਪਾਵਨ ਪਵਿੱਤਰ ਵਿਚਾਰ ਦਾ ਮੈਂ ਅੰਮ੍ਰਿਤ ਪੀਵਦਾ ਹਾਂ। ਉਹ ਅੰਮ੍ਰਿਤ ਜਿਹਦੇ ਬਾਬਤ ਮਹਾਰਾਜ ਜੀਓ ਨੇ ਬਖਸ਼ਿਸ਼ ਕੀਤੀ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਮੈਂ ਪੀਵਦਾ ਹਾਂ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ। ਰੰਗ ਤਮਾਸ਼ਾ ਪੂਰਨ ਆਸਾ, ਕਬੈ ਨਾ ਵਿਆਪੈ ਚਿੰਤਾ। ਪਾਰ ਬ੍ਰਹਮ ਆਰਾਧ ਤੇ, ਉਸ ਪਾਰ ਬ੍ਰਹਮ ਨੂੰ ਆਰਾਧਦਿਆਂ ਹੋਇਆਂ ਮੁਖ ਅੰਮ੍ਰਿਤ ਪੀਵਾ। ਹੇ ਭਾਈ ਮੁਖ ਸਹਿਤ ਮੈਂ ਅੰਮ੍ਰਿਤ ਪੀਵਦਾ ਹਾਂ ਉਸ ਮਾਲਕ ਜੀ ਕੀ ਪਾਵਨ ਪਵਿੱਤਰ ਬਾਣੀ ਵਿੱਚੋਂ, ਮਾਲਕ ਜੀ ਕੇ ਬੋਲਾਂ ਵਿੱਚੋਂ। ਰਹਾਉ ਜੀ ਜੰਤ ਸਭ ਸੁਖ ਬਸੇ, ਸਭ ਕੈ ਮਨ ਲੋਚ। ਭਾਈ ਫਿਰ ਜਿਨ੍ਹਾਂ ਉੱਪਰ ਇਹ ਬਖਸ਼ਿਸ਼ ਹੋਈ ਉਹਨਾਂ ਅੰਦਰੋਂ ਇਹ ਅਰਦਾਸ ਨਿਕਲੀ, ਜੀ ਜੰਤ ਸਭ ਸੁਖ ਬਸੇ। ਭਾਈ ਸਾਰਿਆਂ ਵਾਸਤੇ ਉਹਨਾਂ ਨੇ ਸੁਖ ਮੰਗਿਆ। ਸਭ ਕੈ ਮਨ ਲੋਚ, ਪਰਿਪੂਰਨ ਪਰਮਾਤਮਾ ਦੇ ਦੀਦਾਰ ਦੀ ਉਹਨਾਂ ਦੇ ਹਿਰਦੇ ਦੇ ਅੰਦਰ ਲੋਚਾ ਹੈ, ਉਹਨਾਂ ਦੇ ਹਿਰਦੇ ਦੇ ਅੰਦਰ ਇੱਛਾ ਹੈ। ਜਿਨ੍ਹਾਂ ਨੇ ਮਾਲਕ ਪਰਿਪੂਰਨ ਪਰਮਾਤਮਾ ਜੀ ਨੂੰ ਸਿਮਰਿਆ, ਹਿਰਦੇ ਦੇ ਅੰਦਰ ਉਹਨਾਂ ਦੇ ਅਰਦਾਸ ਇਹ ਨਿਕਲੀ, ਜੀ ਜੰਤ ਸਭ ਸੁਖ ਵਸੈ, ਸਭ ਕੈ ਮਨ ਲੋਚ। ਭਾਈ ਜਿਤਨੇ ਵੀ ਹਨ ਉਹ ਪਰਿਪੂਰਨ ਪਰਮਾਤਮਾ ਦੀ ਸਾਜੀ ਹੋਈ ਕਾਦਰ ਦੇ ਕੁਦਰਤ ਦੇ ਅੰਦਰ ਭਾਈ ਉਹ ਸਾਰੇ ਹੀ ਸੁਖ ਦੇ ਨਾਲ ਸੁਖੀ ਹੀ ਵਸਣ। ਪਰ ਉਪਕਾਰ ਨਿਤ ਚਿਤ ਬਤੇ, ਨਾਹੀ ਕਾਛ ਪੋਚ। ਅਥਵਾ ਉਹ ਜੀਵ ਜੀਵਨ ਦੇ ਅੰਦਰ ਸदैवी ਸਦੀਵੀ ਹੀ ਪਰ ਉਪਕਾਰ ਨਿਤ ਚਿਤ ਵਦੇ। ਉਹ ਹਮੇਸ਼ਾ ਹੀ
ਪਰ ਉਪਕਾਰ ਹੀ ਚਿੱਤ ਦੇ ਅੰਦਰ ਚਿਤਵਦੇ ਹਨ ਹਰ ਵੇਲੇ ਹੀ। ਭਾਈ ਇੱਕ ਉਪਕਾਰ ਹੈ, ਇੱਕ ਸ਼ਬਦ ਪਰ ਉਪਕਾਰ ਹੈ। ਉਪਕਾਰ ਕਿਸੇ ਦੇ ਉੱਪਰ ਕੀਤਾ ਇਹੋ ਸੋਚ ਕੇ ਵੀ ਕੱਲ ਨੂੰ ਇਹ ਮੇਰੇ ਉੱਪਰ ਕੋਈ ਭਲਾ ਕੰਮ ਕਰ ਦੇਵੇਗਾ। ਕਿਸੇ ਦੇ ਨਾਲ ਕਿਸੇ ਦਾ ਕੋਈ ਭਲਾ ਕੀਤਾ ਬੰਦੇ ਨੇ ਇਹੋ ਸੋਚ ਕੇ ਵੀ ਅੱਜ ਮੈਂ ਇਹਦੇ ਦੁੱਖ ਦੇ ਵਿੱਚ ਹੱਥ ਵਟਾਇਆ ਹੈ, ਕੱਲ ਨੂੰ ਇਹ ਮੇਰੇ ਦੁੱਖ ਵਿੱਚ ਹੱਥ ਵਟਾਵੇਗਾ। ਪਰ ਜੋ ਪਰ ਉਪਕਾਰ ਹੈ ਉਹ ਇਸ ਬਿਰਤੀ ਤੋਂ ਵੀ ਉੱਪਰ ਹੈ ਵੀ ਕੱਲ ਨੂੰ ਮੈਨੂੰ ਇਹਦੇ ਤੋਂ ਵੀ ਕੋਈ ਲੋੜ ਪਵੇਗੀ, ਇਸ ਬਿਰਤੀ ਤੋਂ ਵੀ ਉੱਪਰ ਹੈ ਜੋ ਪਰ ਉਪਕਾਰ ਹੈ। ਉਪਕਾਰ ਤਾਂ ਚਲੋ ਇਹ ਹੋ ਸਕਦਾ ਹੈ ਇਹ ਸੋਚਿਆ ਹੋਵੇ ਵੀ ਅੱਜ ਮੈਨੂੰ ਕੋਈ ਲੋੜ ਹੈ, ਅੱਜ ਮੈਂ ਇਹਦੀ ਸਹਾਇਤਾ ਕੀਤੀ, ਕੱਲ ਨੂੰ ਇਹ ਮੇਰੀ ਸਹਾਇਤਾ ਕੋਈ ਕਰੇਗਾ। ਪਰ ਮਹਾਰਾਜ ਕਹਿੰਦੇ ਜੋ ਪਰ ਉਪਕਾਰ ਹੈ ਭਾਈ ਉਹ ਤਾਂ ਇਸ ਵੀ ਪ੍ਰਸਥਿਤੀ ਤੋਂ ਉੱਪਰ ਹੈ, ਇਹਨਾਂ ਤੋਂ ਵੀ ਉੱਪਰ ਹੈ ਕਿ ਉਹ ਜੀਵਨ ਦੇ ਅੰਦਰ ਸदैਵੀਂ ਹੀ ਭਲਾ ਸੋਚਦੇ ਹਨ। ਪਰ ਉਪਕਾਰ ਨਿਤ ਚਿਤਵਦੇ ਨਾਹੀ ਕਛ ਪੂਛ, ਹਿਰਦੇ ਦੇ ਅੰਦਰ ਉਹਨਾਂ ਦੇ ਕਦੇ ਵੀ ਕਿਸੇ ਦੇ ਪ੍ਰਤੀ ਕੋਈ ਵੀ ਮਾੜਾ ਫੁਰਨਾ ਨਹੀਂ ਹੈ। ਧਨ ਸੋ ਥਾਨ ਬਸੰਤ ਧਨ ਜਹ ਜਪੀਐ ਨਾਮ। ਹੇ ਭਾਈ ਉਹ ਥਾਨ ਧਨ ਹੈ, ਉਹ ਜਗ੍ਹਾ ਧਨ ਹੈ। ਹੇ ਭਾਈ ਉਹ ਜਗ੍ਹਾ ਧਨ ਹੈ ਤਥਾ ਉਥੋਂ ਦੇ ਵਸਿੰਦੇ ਵੀ ਧਨ ਹਨ। ਕਿਹੜਾ ਜੀ ਮਹਾਰਾਜ? ਜਹ ਜਪੀਐ ਨਾਮ। ਹੇ ਭਾਈ ਜਿੱਥੇ ਪ੍ਰਭੂ ਜੀ ਕਾ ਨਾਮ ਸਿਮਰਿਆ ਗਿਆ। ਕਬੀਰ ਸੰਤਨ ਕੀ ਝੁੰਗੀਆਂ ਭਲੀ ਭੱਠ ਕੁਸਤੀ ਗਾਓ, ਆਗ ਲੱਗੋ ਤੈ ਧੌਲ ਹਰ ਜੇ ਨਾਹੀ ਹਰ ਕੋ ਨਾਓ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇੱਕ ਪਾਸੇ ਕੋਈ ਝੁੱਗੀ ਬਣੀ ਹੋਈ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਭਾਈ ਉਹ ਭਲੀ ਹੈ, ਤੇ ਦੂਸਰੇ ਪਾਸੇ ਜੇ ਕੋਈ ਮਹਿਲ ਮਾੜੀਆਂ ਹਨ, ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬੋਲ ਆਗ ਲੱਗੋ ਤੇ ਧੌਲ ਹਰ ਜੇ ਨਾਹੀ ਹਰ ਕੋ ਨਾਉ। ਭਾਈ ਫਿਰ ਜੇ ਉਸ ਥਾਂ ਤੇ ਘਰ ਮਰਹਟ ਸਾਰਖੇ, ਕਬੀਰ ਜੈ ਕਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਏ। ਜਿਵੇਂ ਪਾਵਨ ਪਵਿੱਤਰ ਬਾਣੀ ਅੰਦਰ ਮੇਰੇ ਸਾਹਿਬ ਜੀ ਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਹੀ ਪਾਵਨ ਪਵਿੱਤਰ ਬਚਨ ਹਨ। ਜਿੱਥੈ ਨਾਮ ਜਪੀਐ ਮੇਰੇ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਜਪੀਐ ਮੇਰੇ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਜਪੀਐ ਮੇਰੇ ਪਿਆਰੇ, ਸੇ ਅਸਥਿਰ ਸੋਇਨ ਚੁਬਾਰੇ। ਜਿੱਥੈ ਨਾਮ ਜਪੀਐ ਮੇਰੇ ਪਿਆਰੇ, ਸੇ ਅਸਥਿਰ ਸੋਇਨ ਚੁਬਾਰੇ। ਮੇਰੇ ਸਾਹਿਬ ਜੀ ਪਾਵਨ ਪਵਿੱਤਰ ਬਚਨ ਕਰਦੇ ਹਨ, ਹੇ ਭਾਈ ਜਿੱਥੇ ਉਸ ਪਰਿਪੂਰਨ ਪਰਮਾਤਮਾ ਜੀ ਕਾ ਨਾਮ ਸਿਮਰਿਆ ਗਿਆ, ਭਾਵੇਂ ਉਹ ਮਹਿਲ ਹਨ, ਭਾਵੇਂ ਉਹ ਮਹਿਲ ਮਾੜੀਆਂ ਹਨ, ਉੱਚੀਆਂ ਉੱਚੀਆਂ ਅਟਾਰੀਆਂ ਹਨ, ਭਾਈ ਉਹ ਵੀ ਧੰਤਾ ਜੋਗ ਹਨ। ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਧਨ ਸੋ ਥਾਨ ਬਸੰਤ ਧਨ, ਉਹ ਥਾਂ ਵੀ ਧੰਤਾ ਜੋਗ ਹੈ, ਉਥੇ ਵਸਿੰਦੇ ਵੀ ਧੰਤਾ ਜੋਗ ਹਨ। ਮਹਾਰਾਜ ਕਿਹੜੀ ਥਾਂ ਤੇ? ਜਹ ਜਪੀਐ ਨਾਮ। ਹੇ ਭਾਈ ਜਿੱਥੇ ਪਰਿਪੂਰਨ ਪਰਮਾਤਮਾ ਜੀ ਕਾ ਨਾਮ ਸਿਮਰਿਆ ਗਿਆ, ਜਿੱਥੇ ਪਰਿਪੂਰਨ ਪਰਮਾਤਮਾ ਜੀ ਕਾ ਨਾਮ ਚੇਤੇ ਆਇਆ ਹੈ। ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਜਦੋਂ ਸ਼ਲੋਕ ਪੜ੍ਹਨੇ ਹਾਂ, ਕਬੀਰ ਜੈ ਕਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ। ਜਿੱਥੇ ਨਾ ਤਾਂ ਆਏ ਹੋਏ ਅਤਿਥੀ ਦੀ ਕਦੇ ਕੋਈ ਸੇਵਾ ਹੋਈ ਹੈ, ਨਾ ਪਰਿਪੂਰਨ ਪਰਮਾਤਮਾ ਜੀ ਕੇ ਨਾਮ ਨੂੰ ਸਿਮਰਿਆ ਗਿਆ ਹੈ, ਤੇ ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਹੇ ਭਾਈ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਬਾਬਾ ਜੀ ਕਹਿੰਦੇ ਬੰਦੇ ਥੋੜਾ ਵਸਦੇ ਹਨ ਉੱਥੇ,
ਜੀ ਥੋੜਾ ਵਸਦੇ ਹਨ। ਮਹਾਰਾਜ ਕੌਣ ਵਸਦੇ ਹਨ? ਕਹਿੰਦੇ ਭੂਤਾਂ ਦਾ ਵਾਸਾ ਹੈ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਕਬੀਰ ਸਾਹਿਬ ਕਹਿੰਦੇ ਉੱਥੇ ਫਿਰ ਲੋਕ ਥੋੜਾ ਵਸਦੇ ਹਨ। ਭਾਈ ਉੱਥੇ ਤਾਂ ਭੂਤਾਂ ਦਾ ਵਾਸਾ ਹੈ, ਉੱਥੇ ਤਾਂ ਭੂਤ ਵਸਦੇ ਹਨ। ਫਿਰ ਤਾਂ ਹੀ ਜਿਹੜੇ ਕਲੇਸ਼ ਆਦਿ ਹਨ ਉਹ ਉਤਪੰਨ ਹੁੰਦੇ ਹਨ। ਮਹਾਰਾਜੀਆਂ ਦੇ ਪਾਵਨ ਪਵਿੱਤਰ ਬੋਲ, ਸਤਿਕਾਰਯੋਗ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਵਿੱਚ ਇਹ ਪਾਵਨ ਬਚਨ ਬਖਸ਼ਿਸ਼ ਕੀਤੇ ਹਨ। ਘਰ ਦੇ ਅੰਦਰ ਵੀ ਜਿੱਥੇ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਾਮ ਸਿਮਰਦੇ ਹਾਂ, ਚੰਦ ਘੜੀਆਂ ਬੈਠ ਕੇ ਆਪਣੇ ਘਰ ਦੇ ਅੰਦਰ ਵੀ ਮਾਲਕ ਪਰਿਪੂਰਨ ਪਰਮਾਤਮਾ ਜੀ ਕਾ ਸਿਮਰਨ ਕਰੀਏ। ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਬੋਲਾਂ ਨੂੰ ਹਿਰਦੇ ਅੰਦਰ ਵਸਾਈਏ। ਕਥਾ ਕੀਰਤਨ ਹਰਿ ਅਤਿ ਘਨਾ, ਸੁਖ ਸਹਜ ਬਿਸਰਾਮ। ਹੇ ਭਾਈ ਫਿਰ ਉਸ ਥਾਂ ਤੇ ਜਿੱਥੇ ਕਥਾ ਕੀਰਤਨ ਦਾ ਉਹ ਪੱਕਾ ਟਿਕਾਣਾ ਬਣ ਗਿਆ, ਕਥਾ ਕੀਰਤਨ ਹਰ ਅਤਿ ਘਣਾ ਬਹੁਤਾਤ ਦੇ ਅੰਦਰ ਸੁਖ ਸਹਿਜ ਬਿਸਰਾਮ। ਹੈ ਭਾਈ ਉਸ ਥਾਂ ਤੇ ਫਿਰ ਜੀਵ ਦਾ ਜਿਹੜਾ ਪੱਕਾ ਟਿਕਾਣਾ, ਜੀਵ ਦਾ ਫਿਰ ਪੱਕਾ ਵਾਸਾ ਹੋਇਆ, ਜਿੱਥੇ ਮਾਲਕ ਪਰਿਪੂਰਨ ਪਰਮਾਤਮਾ ਜੀ ਕੇ ਨਾਮ ਨੂੰ, ਪਰਿਪੂਰਨ ਪਰਮਾਤਮਾ ਜੀ ਕੀ ਪਾਵਨ ਇਬਾਦਤ ਨੂੰ ਜਪਿਆ ਗਿਆ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਹੇ ਅਨਾਥਾਂ ਦੇ ਨਾਥ, ਤੋਸੋ ਨਾ ਨਾਥ, ਅਨਾਥ ਨਾ ਮੋਸਰ, ਤੋਸੋ ਨਾ ਦਾਨੀ, ਨਾ ਮੋਸੋ ਭੇਖਾਰੀ। ਭਾਈ ਗੁਰਦਾਸ ਸਾਹਿਬ ਜੀ, ਤੋਸੋ ਨਾ ਨਾਥ। ਹੀ ਮਾਲਕ ਜੀ ਆਪ ਜੈਸਾ ਕੋਈ ਨਾਥ ਨਹੀਂ, ਅਨਾਥ ਨਾ ਮੋਸਰ, ਔਰ ਮੇਰੇ ਜੈਸਾ ਕੋਈ ਅਨਾਥ ਨਹੀਂ। ਤੋਸੋ ਨਾ ਦਾਨੀ, ਨਾ ਮੋਸੋ ਭੇਖਾਰੀ। ਮਾਲਕ ਜੀ ਆਪ ਜੈਸਾ ਦਾਨੀ ਹੋਰ ਕੋਈ ਨਹੀਂ, ਤੇ ਮੇਰੇ ਜੈਸਾ ਹੋਰ ਕੋਈ ਭਿਖਾਰੀ ਕੋਈ ਨਹੀਂ। ਮੋਸੋ ਨਾ ਪਤਤ, ਮੇਰੇ ਜੈਸਾ ਕੋਈ ਪਤਤ ਨਾ ਪਾਵਨ। ਤੋਸਰ ਮੋਸੋ ਅਗਿਆਨੀ, ਨਾ ਤੋਸੋ ਵਿਚਾਰੀ। ਬੇਨਤੀ ਕਰਦੇ ਹਨ ਮੇਰੋ ਹੈ ਔਗਣ, ਤੂੰ ਗੁਣ ਸਾਗਰ, ਜਾਤਰ ਸਾਤਲ ਓਟ ਤੁਹਾਰੀ। ਮਾਲਕ ਸੱਚੇ ਪਾਤਸ਼ਾਹ ਮੇਰੇ ਅੰਦਰ ਔਗਣ ਭਰੇ ਹੋਏ ਹਨ, ਆਪ ਗੁਣਾਂ ਦੇ ਸਾਗਰ ਹੋ। ਮਾਲਕ ਸੱਚੇ ਪਾਤਸ਼ਾਹ ਡੁੱਬਦੇ ਹੋਏ ਨੂੰ ਬਚਾਓ। ਅਰਦਾਸ ਇੱਥੇ ਕੀਤੀ, ਕਿਹੜੀ ਅਰਦਾਸ? ਮਨ ਤੇ ਕਦੇ ਨਾ ਵਿਸਰੈ। ਹੇ ਮੇਰੇ ਮਾਲਕ ਜੀ ਮਨ ਤੋਂ ਕਦੇ ਵੀ ਦੂਰ ਨਾ ਹੋਵੋ। ਜਿਵੇਂ ਅਰਦਾਸ ਵਿੱਚ ਬੇਨਤੀ ਭਾਵਨਾ ਸਹਿਤ ਕਰਦੇ ਹਨ, ਨਾ ਭੁੱਲੀ ਨਾ ਭੁਲਾਵੀਂ। ਹੇ ਮੇਰੇ ਮਾਲਕ ਜੀ ਨਾ ਤੁਸੀਂ ਭੁੱਲਿਓ ਔਰ ਨਾ ਹੀ ਕਦੇ ਮੈਨੂੰ ਆਪਣੇ ਹਿਰਦੇ ਤੋਂ ਮਾਲਕ ਜੀ ਕਦੇ ਤੁਸੀਂ ਦੂਰ ਕਰਿਓ। ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਸਾਰੀ। ਮਾਲਕ ਜੀ ਇਹ ਬੇਨਤੀ ਹੈ, ਮਨ ਤੇ ਕਦੇ ਨਾ ਵਿਸਰੈ, ਦੋਏ ਕਰ ਜੋੜ ਮੰਗੋ ਇੱਕ ਦਾਨਾ। ਸਾਹਿਬ ਤੁਠੈ ਪਾਵਾਂ, ਸਾਸ ਸਾਸ ਨਾਨਕ ਆਰਾਧੇ। ਆਠ ਪਹਿਰ ਗੁਣ ਗਾਵਾਂ। ਮਾਲਕ ਜੀ ਆਪ ਜੀ ਦਾ ਨਾਮ ਸਿਮਰਨ ਮੈਂ ਕਦੇ ਵੀ ਮਨ ਤੋਂ ਨਾ ਭੁਲਾਵਾਂ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਹੇ ਅਨਾਥਾਂ ਦੇ ਨਾਥ, ਹੇ ਸਾਈਂ ਜੀ, ਹੇ ਮਾਲਕ ਜੀ ਆਪ ਇਹ ਰਹਿਮਤ ਕਰੋ। ਨਾਨਕ ਪ੍ਰਭ ਸਰਣਾਗਤੀ, ਜਾ ਕੈ ਸਭ ਕਿਛ ਹਾਥ। ਦਾਸ ਨਾਨਕ ਆਪ ਜੀਓ ਕੀ ਸ਼ਰਨ ਦੇ ਅੰਦਰ ਹੈ। ਨਾਨਕ ਪ੍ਰਭ ਸ਼ਰਨਾਗਤੀ, ਜਾ ਕੈ ਸਭ ਕਿਛ ਹਾਥ। ਜੋ ਉਸ ਪਰਿਪੂਰਨ ਪਰਮਾਤਮਾ ਮਾਲਕ ਜੀ ਕੇ ਹੱਥ ਦੇ ਅੰਦਰ ਹੈ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਬੇਨਤੀਆਂ ਉਸ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾ ਪਾਸ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਬਚਨ ਮਹਾਰਾਜ ਜੀ ਪਾਵਨ ਪਵਿੱਤਰ ਇਹ ਬਚਨ ਬਖਸ਼ਿਸ਼ ਕਰ ਰਹੇ ਹਨ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਹੇ ਅਨਾਥਾਂ ਦੇ ਨਾਥ ਮੇਰੇ ਮਾਲਕ ਜੀ,
ਤੁਸੀਂ ਕਦੇ ਵੀ ਹਿਰਦੇ ਤੋਂ ਦੂਰ ਨਾ ਹੋਵੋ। ਦਾਸ ਆਪ ਜੀ ਕੀ ਸ਼ਰਨ ਦੇ ਅੰਦਰ ਹੈ। ਨਾਨਕ ਪ੍ਰਭ ਸ਼ਰਨਾਗਤੀ ਜਾ ਕੈ ਸਭ ਕਿਛ ਹਾਥ। ਜੋ ਸਭ ਆਪ ਜੀਓ ਕੇ ਹੱਥ ਦੇ ਅੰਦਰ ਹੀ ਖੇਡ ਹੈ। ਇਹ ਸਤਿਗੁਰੂ ਮਹਾਰਾਜ ਜੀਓ ਕੇ ਅੱਜ ਦੇ ਆਏ ਹੋਏ ਪਾਵਨ ਪਵਿੱਤਰ ਸਾਧ ਸੰਗਤ ਜੀਓ, ਇਹ ਸ਼੍ਰੀ ਮੁਖ ਵਾਕ ਸਨ ਜੋ ਲੜੀਵਾਰ ਵਿਚਾਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਲੜੀਵਾਰ ਸ਼ਬਦ ਵਿਚਾਰ ਰਾਗ ਬਿਲਾਵਲ ਵਿੱਚ ਹੀ ਹੈ। ਆਓ ਕਰੋ ਮਨ ਬਿਰਤੀਆਂ ਨੂੰ ਇਕਾਗਰ, ਪਾਵਨ ਪਵਿੱਤਰ ਲੜੀਵਾਰ ਸ਼ਬਦ ਵਿਚਾਰ ਪ੍ਰਾਰੰਭ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਚੌਥਾ। ਗੁਰਮੁਖ ਆਗਮ ਅਗੋਚਰ ਧਿਆਇਆ, ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਇਹ ਭਾਈ ਗੁਰਮੁਖ ਗੁਰੂ ਦੇ ਰਾਹੀ ਅਗਮ ਅਗੋਚਰ ਧਿਆਇਆ, ਉਹ ਪਰਿਪੂਰਨ ਪਰਮਾਤਮਾ ਜੋ ਅਗੰਮ ਹੈ, ਜੋ ਅਗੋਚਰ ਹੈ, ਜਿੱਥੋਂ ਤੱਕ ਪਹੁੰਚ ਨਹੀਂ ਹੋ ਸਕਦੀ, ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਐਸੇ ਮਾਲਕ ਨੂੰ ਗੁਰੂ ਰਾਹੀਂ ਸਿਮਰਿਆ ਮੈਂ, ਐਸੇ ਮਾਲਕ ਜੀ ਤੋਂ ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਮੈਂ ਐਸੇ ਮਾਲਕ ਤੋਂ ਵਾਰ ਨੇ ਬਲਿਹਾਰ ਜਾਂਦਾ ਹਾਂ। ਰਾਮ ਨਾਮ ਮੇਰਾ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ। ਇਹ ਭਾਈ ਮਾਲਕ ਨੇ ਹੁਣ ਕੀ ਰਹਿਮਤ ਕੀਤੀ ਹੈ। ਐਸੇ ਮਾਲਕ ਜੀ ਨੇ ਰਾਮ ਨਾਮ ਮੇਰਾ ਪ੍ਰਾਣ ਵਸਾਏ, ਪਰਿਪੂਰਨ ਪਰਮਾਤਮਾ ਜੀਆਂ ਨੇ ਰੱਬ ਦਾ ਨਾਮ ਮੇਰੇ ਪ੍ਰਾਣਾ ਵਿੱਚ ਵਸਾ ਦਿੱਤਾ ਹੈ। ਪ੍ਰਾਣਾ ਵਿੱਚ ਵਸਾ ਦਿੱਤਾ ਭਾਵ ਇਸ ਦਾ ਕੀ ਕਿ ਜਿਸ ਪ੍ਰਕਾਰ ਪ੍ਰਾਣ ਪਏ ਚੱਲਦੇ ਹਨ, ਹੁਣ ਪਰਿਪੂਰਨ ਪਰਮਾਤਮਾ ਜੀ ਕਾ ਨਾਮ ਵੀ ਇਸੇ ਤਰ੍ਹਾਂ ਪਿਆ ਚੱਲਦਾ ਹੈ। ਰਾਮ ਨਾਮ ਮੇਰਾ ਪ੍ਰਾਣ ਵਸਾਏ, ਪਰਿਪੂਰਨ ਪਰਮਾਤਮਾ ਜੀ ਨੇ ਮੇਰੇ ਪ੍ਰਾਣਾ ਅੰਦਰ ਰੱਬ ਦਾ ਨਾਮ ਵਸਾਇਆ। ਸਤਿਗੁਰ ਪਰਸ ਮਾਲਕ ਜੀਓ ਸੰਗ ਜੁੜ ਕਰਕੇ ਹਰ ਨਾਮ ਸਮਈਆ, ਮੈਂ ਵੀ ਉਸ ਹਰ ਨਾਮ ਦੇ ਅੰਦਰ ਸਮਾਇਆ ਹਾਂ। ਜਨ ਕੀ ਟੇਕ ਹਰ ਨਾਮ ਟਿਕਈਆ। ਇਹ ਭਾਈ ਸੇਵਕ ਜਨ ਦੀ ਜਿਹੜੀ ਟੇਕ ਹੈ ਉਹ ਪਰਿਪੂਰਨ ਪਰਮਾਤਮਾ ਜੀਓ ਕੀ ਨਾਮ ਟੇਕ ਹੀ ਹੈ। ਹਰੀ ਪਰਿਪੂਰਨ ਪਰਮਾਤਮਾ ਜੀ ਕੀ ਟੇਕ ਹੈ। ਸਤਿਗੁਰ ਕੀ ਧਰ ਲਾਗਾ ਜਾਵਾ, ਗੁਰ ਕਿਰਪਾ ਤੇ ਹਰ ਦਰ ਲਹੀਆ। ਮੈਂ ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਤੁਰਦਾ ਜਾਵਾਂ, ਸਤਿਗੁਰ ਕੀ ਧਰ ਲਾਗਾ ਜਾਵਾਂ, ਤਥਾ ਗੁਰੂ ਦੀ ਕਿਰਪਾ ਦੇ ਸਦਕਾ ਉਸ ਮਾਲਕ ਦਾ ਦਰ ਲਹੀਆ। ਦਰ ਲਹੀਆ ਭਾਵ ਉਸ ਮਹਿਲ ਦਾ ਜਿਹੜਾ ਦਰਵਾਜ਼ਾ ਸੀ ਉਹ ਲੱਭ ਗਿਆ। ਸਤਿਗੁਰ ਦੀ ਕਿਰਪਾ, ਮਾਲਿਕ ਜੀ ਕੀ ਰਹਿਮਤ ਸਦਕਾ ਗੁਰ ਕਿਰਪਾ ਤੇ ਹਰ ਦਰ ਲਈਆ। ਹਰੀ ਪ੍ਰਭੂ ਦਾ ਦਰਵਾਜ਼ਾ ਸੀ ਭਾਈ, ਉਹ ਮੈਨੂੰ ਮਿਲ ਗਿਆ ਹੈ। ਰਹਾਉ ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਥ ਤਤ ਕਢਈਆ। ਇਹ ਭਾਈ ਇਹ ਸਰੀਰ ਇੱਥੇ ਕਮਾਉਣ ਯੋਗ ਕਰਮ ਕੀ ਧਰਤੀ ਹੈ। ਜਿਸ ਥਾਂ ਤੇ ਆਣ ਕੇ ਸਾਧ ਸੰਗਤ ਜੀਓ ਧਰਮ ਕਰਮ ਕਮਾਉਣਾ ਹੈ, ਇਸ ਸਰੀਰ ਇਸ ਵਾਰੀ ਦੇ ਅੰਦਰ ਇਹ ਸਰੀਰ ਕਰਮ ਕੀ ਧਰਤੀ। ਹੁਣ ਭਾਈ ਹੁਣ ਇਸ ਕਰਮ ਕੀ ਧਰਤੀ ਵਿੱਚ ਇਹ ਵੀ ਗੱਲ ਪੱਕੀ ਹੈ ਕਿ ਜੋ ਮਨੁੱਖ ਬੀਜੇਗਾ ਉਹ ਮਨੁੱਖ ਵੱਢੇਗਾ। ਇਹ ਸਰੀਰ ਕਰਮ ਕੀ ਧਰਤੀ ਤੇ ਜਿਹੜੇ ਭਾਈ ਗੁਰਮੁਖ ਜਨ ਹੈਨ, ਗੁਰਮੁਖ ਮਥ ਮਥ ਤਤ ਕਢਈਆ। ਗੁਰਮੁਖਾਂ ਨੇ ਇਸ ਜੀਵਨ ਦੇ ਵਿੱਚੋਂ ਤਤ ਕਢਈਆ ਭਾਵ ਪਰਿਪੂਰਨ ਪਰਮਾਤਮਾ ਜੀਓ ਕੇ ਨਾਮ ਰੂਪੀ ਤਤ ਨੂੰ ਰਿੜਕ ਰਿੜਕ ਕੇ ਕੱਢ ਲਿਆ ਹੈ। ਉਦਾਹਰਨਾਂ ਦਿੱਤੀਆਂ ਹਨ ਦੋ, ਇੱਕ ਧਰਤੀ ਦੀ, ਇੱਕ ਮੱਖਣ ਰੂਪੀ ਤਤ ਕੱਢਣ ਦੀ। ਦੋਹਾਂ ਨੂੰ ਹੀ ਸੋਧ ਕੇ, ਦੋਹਾਂ ਨੂੰ ਹੀ ਰਿੜਕ ਕੇ, ਦੋਹਾਂ ਨੂੰ ਹੀ ਮੱਥ ਮੱਥ ਕੇ ਇਹਦੇ ਵਿੱਚੋਂ ਤਤ ਨਸੀਬ ਹੋਇਆ ਹੈ। ਕਰਮ ਕੀ ਧਰਤੀ ਤੋਂ ਭਾਵ ਪਹਿਲਾਂ ਫਸਲ ਬੀਜੀ, ਫਸਲ ਵੱਢੀ, ਫਿਰ ਉਹਦੇ ਵਿੱਚੋਂ ਜੋ ਸਨ ਦਾਣੇ ਉਹ ਇੱਕ ਪਾਸੇ ਕੱਢ ਲਏ, ਜਿਹੜੇ ਫੂਕ ਸੀ ਉਹ ਇੱਕ ਪਾਸੇ ਬਾਕੀ ਰਹਿ ਗਈ। ਇਸੇ ਤਰ੍ਹਾਂ ਹੀ ਜਦੋਂ ਦੁੱਧ ਚੋ ਕੇ ਲਿਆਂਦਾ,
ਉਹਦੇ ਵਿੱਚੋਂ ਮੱਖਣ ਰੂਪੀ ਤੱਤ ਇੱਕ ਪਾਸੇ ਕੱਢ ਲਿਆ, ਜਿਹੜੀ ਛਾਛ ਸੀ ਉਹ ਬਾਕੀ ਰਹਿ ਗਈ। ਉਦਾਹਰਣ ਦਿੱਤੀ, ਇਹ ਸਰੀਰ ਕਰਮ ਕੀ ਧਰਤੀ, ਇਸ ਮਨੁੱਖਾ ਵਾਰੀ ਅੰਦਰ ਕਰਮ ਕਮਾਇਆ। ਕਰਮ ਕਮਾਉਂਦਿਆਂ ਕਮਾਉਂਦਿਆਂ ਮਾਲਕ ਸੱਚੇ ਪਾਤਸ਼ਾਹ ਜੀਓ ਕੇ ਨਾਮ ਰੂਪੀ ਤੱਤ ਨੂੰ ਵੀ ਕੱਢ ਲਿਆ। ਇਸ ਸਰੀਰ ਦੇ ਵਿੱਚੋਂ, ਇਸ ਵਾਰੀ ਦੇ ਵਿੱਚੋਂ ਲਾਲ ਜਵੇ ਹਰ ਨਾਮ ਪ੍ਰਗਾਸਿਆ, ਭਾਂਡੈ ਪਾਉ ਪਵੈ ਤਿਤ ਅਈਆ। ਮਾਲਕ ਜੀ ਨੇ ਰਹਿਮਤ ਕੀਤੀ, ਜਿਨ੍ਹਾਂ ਹਿਰਦਿਆਂ ਦੇ ਅੰਦਰ ਪਰਿਪੂਰਨ ਪਰਮਾਤਮਾ ਜੀ ਕਾ ਨਾਮ ਪ੍ਰਗਾਸਿਆ, ਉਸ ਹਿਰਦੇ ਰੂਪੀ ਭਾਂਡੇ ਦੇ ਅੰਦਰ ਮਾਲਕ ਜੀ ਨੇ ਪ੍ਰੇਮ ਜਗਾ ਦਿੱਤਾ। ਭਾਂਡਾ ਭਾਉ ਪਵੈ ਤਿਤ ਅਈਆ, ਉਸ ਹਿਰਦੇ ਰੂਪੀ ਭਾਂਡੇ ਅੰਦਰ ਮਾਲਕ ਜੀ ਨੇ ਪ੍ਰੇਮ ਜਗਾ ਦਿੱਤਾ ਹੈ। ਦਾਸਨ ਦਾਸ ਦਾਸ ਹੋਏ ਰਹੀਐ, ਜੋ ਜਨ ਰਾਮ ਭਗਤ ਨਿਜ ਭਈਆ। ਇਹ ਭਾਈ, ਜੋ ਜਨ ਰਾਮ ਭਗਤ ਨਿਜ ਭਈਆ, ਜਿਹੜਾ ਪਰਿਪੂਰਨ ਪਰਮਾਤਮਾ ਜੀ ਕਾ ਸੇਵਕ ਬਣਿਆ ਹੈ ਨਾ, ਉਹਦਾ ਭਗਤ ਬਣਿਆ ਹੈ ਰਾਮ ਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਭਾਈ ਅਗਾਂ ਜਿਹੜੇ ਉਹਦੇ ਦਾਸ ਹਨ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਬਣ ਜਾਵਾਂ। ਜੋ ਜਨ ਰਾਮ ਭਗਤ ਨਿਜ ਭਈਆ, ਦਾਸਨ ਦਾਸ ਦਾਸ ਹੋਏ ਰਹੀ ਹੈ, ਮੈਂ ਅੱਗੇ ਉਹਨਾਂ ਦੇ ਗੋਲੇ ਦਾ, ਉਹਨਾਂ ਦੇ ਗੁਲਾਮ ਦਾ ਅਗਾਂ ਮੈਂ ਗੁਲਾਮ ਬਣ ਜਾਵਾਂ। ਜਿਨ੍ਹਾਂ ਨੇ ਮਾਲਕ ਪਰਿਪੂਰਨ ਪਰਮਾਤਮਾ ਜੀ ਦੇ ਨਾਮ ਨੂੰ, ਜਿਨ੍ਹਾਂ ਉੱਪਰ ਮਾਲਕ ਜੀ ਨੇ ਇਹ ਰਹਿਮਤ ਕੀਤੀ ਹੈ। ਮਨ ਬੁੱਧ ਅਰਪ ਧਰੋ ਗੁਰ ਆਗੈ, ਗੁਰ ਪ੍ਰਸਾਦੀ ਮੈਂ ਅਕਥ ਕਥਈਆ। ਹੇ ਭਾਈ, ਮੈਂ ਆਪਣਾ ਮਨ, ਮੈਂ ਆਪਣੀ ਬੁੱਧ ਧਰੋਂ ਗੁਰ ਆਗੈ, ਮੈਂ ਮਾਲਕ ਜੀਆਂ ਦੇ ਸਮਕਸ਼ ਧਰ ਦਿੰਦਾ ਹਾਂ। ਮਾਲਕ ਜੀਆਂ ਦੇ ਕੋਲ ਧਰ ਦਿੱਤੀ ਹੈ ਆਪਣੀ ਮਤ ਬੁੱਧ, ਕਿ ਹੇ ਮੇਰੇ ਮਾਲਕ ਜੀ, ਹੁਣ ਇਸ ਮਤ ਬੁੱਧ ਨੂੰ ਗੁਰਦੇਵ ਜੀ ਆਪ ਕਿਰਪਾ ਕਰਕੇ ਤੁਸੀਂ ਸਵਾਰ ਦਵੋ। ਮਨ ਬੁੱਧ ਅਰਪ ਧਰੋਂ ਗੁਰ ਆਗੈ, ਗੁਰੂ ਦੇ ਅੱਗੇ ਧਰ ਦਿੱਤੀ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਸਹਿਤ ਮੈਂ ਅਕਥ ਕਥਈਆ, ਉਸ ਅਕਥ ਨੂੰ ਮੈਂ ਵਰਣਨ ਕੀਤਾ ਹੈ, ਉਸ ਅਕਥ ਦੇ ਗੁਣਾਂ ਨੂੰ ਮੈਂ ਗਾਇਆ ਹੈ। ਉਹ ਪਰਿਪੂਰਨ ਪਰਮਾਤਮਾ ਜੋ ਅਕਥ ਹੈ, ਜਿਹੜਾ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ, ਮੈਂ ਉਹਦੇ ਗੁਣਾਂ ਨੂੰ ਗਾਇਨ ਕੀਤਾ ਹੈ। ਕਿਵੇਂ ਜੀ? ਮਨ ਬੁੱਧ ਅਰਪ ਧਰੋਂ ਗੁਰ ਆਗੈ, ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਰਹਿਮਤ ਸਦਕਾ ਉਸ ਪਰਿਪੂਰਨ ਪਰਮਾਤਮਾ ਜੀ ਕੇ ਚਲਕਾਰੇ ਗੁਰੂ ਨੇ ਮੈਨੂੰ ਕਰਵਾਏ ਹਨ। ਮਨ ਮੁਖ ਮਾਇਆ ਮੋਹਿ ਵਿਆਪੇ, ਇਹੋ ਮਨ ਤ੍ਰਿਸ਼ਨਾ ਜਲਤ ਤੇ ਖਈਆ। ਇਹ ਮਨੁਆ ਤ੍ਰਿਸ਼ਨਾ ਦੇ ਸਹਿਤ, ਤ੍ਰਿਸ਼ਨਾ ਦੇ ਕਾਰਨ ਜਲਤ ਤਖਈਆ, ਤਖਈਆ ਕਹੀਏ ਬਈ ਸੜਿਆ ਪਿਆ ਹੈ। ਮਨਮੁਖ ਮਾਇਆ ਮੋਹਿ ਵਿਆਪੇ, ਹਿਰਦੇ ਦੇ ਅੰਦਰ ਮਨਮੁਖ ਦੇ ਮਹਾਰਾਜ ਬਚਨ ਪਏ ਕਰਦੇ ਹਨ, ਭਾਈ ਮਾਇਆ ਵਿਆਪਦੀ ਹੈ, ਜਿਹਦੇ ਕਾਰਨ ਇਹ ਮਨੁਆ ਤ੍ਰਿਸ਼ਨਾ ਕਾਰਨ ਭਾਵ ਸੜਿਆ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਓ ਕਾ ਪਾਵਨ ਪਵਿੱਤਰ ਬੋਲ, ਜਿਸ ਪਾਵਨ ਪਵਿੱਤਰ ਬਚਨ ਨੂੰ ਸੁਣ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਦੁਆਰੇ ਤੇ ਪਹੁੰਚੇ। ਮਾਰੂ ਮਹੱਲਾ ਪਹਿਲਾ। ਸਤਿਗੁਰੂ ਜੀਓ ਨੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਰਹਿਮਤ ਕੀਤੀ। ਕਹਿਣ ਲੱਗੇ ਕਿ ਇਹ ਜਿਹੜਾ ਮਨੁਆ ਸੀ, ਇਹਦੇ ਉੱਪਰ ਭਇਆ ਮਨੂਰ, ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ। ਇਹ ਮਨੁਆ ਸੜਿਆ ਹੋਇਆ ਮਨੁਆ, ਜਿਵੇਂ ਭੱਠੀ ਦੇ ਅੰਦਰ ਕੋਈ ਲੋਹਾ ਰਹਿ ਜਾਏ, ਸੜ ਸੜ ਕੇ ਵਕਾਰਾਂ ਰੂਪੀ ਭੱਠੀ ਅੰਦਰ, ਉਹ ਮਨੁਆ ਫਿਰ ਮਨੂਰ ਬਣ ਗਿਆ, ਭਾਵ ਕਿਸੇ ਕੰਮ ਨਹੀਂ ਆਇਆ। ਤੇ ਮਹਾਰਾਜ ਕਹਿੰਦੇ ਇਸ ਸਰੀਰ ਰੂਪੀ ਭੱਠੀ ਅੰਦਰ ਵੀ ਜਿਹੜਾ ਇਹ ਮਨੁਆ ਸੀ, ਇਹ ਵੀ ਸੜ ਗਿਆ। ਤੇ ਮਹਾਰਾਜ ਪਾਵਨ ਪਵਿੱਤਰ ਬਚਨ ਕਰਦੇ ਹਨ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ। ਜੇ ਗੁਰੂ ਮਿਲ ਜਾਏ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟ ਸਦੇਹਾ।
ਮਨ ਮੁਖ ਮਾਇਆ ਮੋਹਿ ਵਿਆਪੈ, ਇਹੋ ਮਨ ਤ੍ਰਿਸ਼ਨਾ ਜਲਤ ਤਿਖਈਆ, ਇਹ ਸੜ ਰਿਹਾ ਹੈ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਸਤਿਗੁਰੂ ਮਾਲਕ ਜੀਆਂ ਨੇ ਰਹਿਮਤ ਕੀਤੀ, ਨਾਮ ਰੂਪੀ ਅੰਮ੍ਰਿਤ ਜਲ ਤਰੌਂਕਿਆ, ਛਿੱਟਾ ਮਾਰਿਆ ਨਾਮ ਰੂਪੀ ਅੰਮ੍ਰਿਤ ਜਲ ਦਾ ਇਸ ਤ੍ਰਿਸ਼ਨਾ ਉੱਪਰ। ਸੜਦੇ ਹੋਏ ਮਨੂਏ ਦੇ ਉੱਪਰ ਮਾਲਕ ਜੀਆਂ ਨੇ ਫਿਰ ਹੋਇਆ ਕਿ ਅਗਨ ਬੁਝੀ ਗੁਰ ਸ਼ਬਦ ਬੁਝਈਆ। ਮਾਲਕ ਜੀਆਂ ਨੇ ਅਗਨ ਬੁਝਾ ਦਿੱਤੀ, ਗੁਰੂ ਦੇ ਸ਼ਬਦ ਨੇ ਉਹ ਅੱਗ ਬੁਝਾ ਦਿੱਤੀ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਗੁਰੂ ਦੇ ਰਾਹੀਂ ਨਾਮ ਰੂਪੀ ਅੰਮ੍ਰਿਤ ਜਲ ਪਾਇਆ ਹੈ। ਅਗਨ ਬੁਝੀ ਗੁਰ ਸ਼ਬਦ ਬੁਝਈਆ, ਗੁਰੂ ਨੇ ਰਹਿਮਤ ਕੀਤੀ, ਉਹ ਅਗਨ ਨੂੰ ਠਾਰ ਦਿੱਤਾ ਨਾਮ ਰੂਪੀ ਅੰਮ੍ਰਿਤ ਦਾ ਛੱਟਾ ਦੇ ਕਰਕੇ। ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਬਚਨ ਕਰਦੇ ਹਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਇਹੋ ਸਾਰਾ ਸੰਸਾਰ ਜਿਉਂ ਭਾਵੈ ਤਿਉਂ ਰਾਖ ਲੈ, ਹੇ ਮੇਰੇ ਮਾਲਕ ਸੱਚੇ ਪਾਤਸ਼ਾਹ ਸੰਸਾਰ ਪਿਆ ਸੜਦਾ ਹੈ, ਸਾਰੇ ਪਾਸੇ ਅੱਗ ਲੱਗੀ ਹੋਈ ਹੈ, ਤੇ ਮਾਲਕ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਜਿਤ ਦੁਆਰਾ ਉਭਰੈ ਤਿਤੈ ਲਿਹੋ ਉਬਾਰ। ਹੇ ਮੇਰੇ ਮਾਲਕ ਜੀ, ਜਿਸ ਵੀ ਤਰੀਕੇ ਦੇ ਨਾਲ ਇਹ ਸੜਨ ਤੋਂ ਬਚਦਾ ਹੈ, ਮਾਲਕ ਜੀ ਆਪ ਕਿਰਪਾ ਕਰਕੇ ਤੁਸੀਂ ਇਹਨੂੰ ਬਚਾਉਣਾ ਕਰੋ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਗੁਰੂ ਦੇ ਸ਼ਬਦ ਦੇ ਰਾਹੀਂ ਭਾਈ ਇਹ ਅਗਨ ਬੁਝੀ ਹੈ। ਇਹੋ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਨ ਤੂਰ ਬਜਈਆ। ਹੁਣ ਮੇਰਾ ਮਨੂਆ ਮੇਰੇ ਮਾਲਕ ਦੇ ਸਾਹਮਣੇ ਨੱਚਦਾ ਹੈ। ਸਾਹਮਣੇ ਨੱਚਣਾ ਕੀ ਹੈ? ਸਾਹਮਣੇ ਨੱਚਣਾ ਹੈ ਵੀ ਉਹਦੀ ਰਜਾ ਅਨੁਸਾਰ ਤੁਰਦਾ ਹੈ। ਵਰਨਾ ਮਹਾਰਾਜ ਜੀ ਤਾਂ ਕਹਿੰਦੇ ਹਨ, ਭਾਈ ਇਹ ਜਿਹੜਾ ਮਨੂਆ ਹੈ ਇਹ ਤਾਂ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜਿਉ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ। ਇਹ ਤਾਂ ਜਿਹੜਾ ਮਨੂਆ ਹੈ ਉਹ ਤਾਂ ਮਾਇਆ ਦਾ ਵਜਾਇਆ ਹੋਇਆ ਹੀ ਵੱਜਦਾ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਜਿਹੜੇ ਭਗਤ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇੱਥੇ ਮਹਾਰਾਜ ਕਹਿੰਦੇ ਇਹੋ ਮਨ ਨਾਚੈ ਸਤਿਗੁਰ ਆਗਾ। ਹੁਣ ਜਿਹੜਾ ਮੇਰਾ ਮਨੂਆ ਹੈ ਨਾ, ਉਹ ਗੁਰੂ ਸਾਵੇਂ ਨੱਚਦਾ ਹੈ। ਗੁਰੂ ਸਾਵੇਂ ਨੱਚਦਾ ਕਹੀਏ, ਗੁਰੂ ਦੇ ਪਾਵਨ ਪਵਿੱਤਰ ਬੋਲਾਂ ਅਨੁਸਾਰ ਹੀ ਹੋ ਗਿਆ ਹੈ। ਜਿਸ ਪਾਸੇ ਗੁਰੂ ਪ੍ਰੇਰਦੇ ਹਨ, ਮਨੂਆ ਉਸੇ ਤਰ੍ਹਾਂ ਹੀ ਨੱਚਦਾ ਹੈ, ਉਸੇ ਪਾਸੇ ਹੀ ਜਾਂਦਾ ਹੈ, ਔਰ ਲਗਾਤਾਰ ਨਾਮ ਰੂਪੀ ਅਨਹਦ ਰਸ ਦੀ ਧਾਰ ਚੁੰਦੀ ਹੈ। ਹਰ ਹਰ ਉਸਤਤ ਕਰੈ ਦਿਨ ਰਾਤੀ। ਇਹ ਭਾਈ ਉਹਨੇ ਹਰੀ ਪਰਿਪੂਰਨ ਪਰਮਾਤਮਾ ਦੀ ਉਸਤਤ ਦਿਨ ਰਾਤ ਗਾਇਨ ਕੀਤੀ। ਰੱਖ ਰੱਖ ਚਰਨ ਹਰ ਤਾਲ ਪੁਰਈਆ। ਔਰ ਮਾਲਕ ਜੀ ਦੇ ਹੁਕਮ ਦੇ ਅੰਦਰ ਹੀ ਹੁਣ ਇਹ ਤਾਲ ਪੂਰ ਰਿਹਾ ਹੈ। ਹੁਣ ਉਹ ਉਸੇ ਤਰ੍ਹਾਂ ਹੈ ਮਨੂਆ, ਜਦੋਂ ਮਾਲਕ ਜੀ ਨੇ ਰਹਿਮਤ ਕੀਤੀ ਹੈ ਉਸੇ ਤਰ੍ਹਾਂ ਹੀ ਨੱਚਦਾ ਹੈ ਜਿਵੇਂ ਗੁਰੂ ਨਚਾਉਂਦਾ ਹੈ, ਜਿਵੇਂ ਇਹਦਾ ਮਾਲਕ ਇਹਨੂੰ ਪ੍ਰੇਰਦਾ ਹੈ। ਹਰ ਹਰ ਉਸਤਤ ਕਰੈ ਦਿਨ ਰਾਤੀ, ਰੱਖ ਰੱਖ ਚਰਨ ਹਰ ਤਾਲ ਪੂਰਈਆ। ਹੁਣ ਆਪਣਾ ਪੈਰ ਉਸੇ ਤਾਲ ਨਾਲ ਵਜਾਉਂਦਾ ਹੈ, ਭਾਵ ਗੁਰੂ ਦੀ ਰਜਾ ਦੇ ਅੰਦਰ ਹੈ। ਹਰ ਕੈ ਰੰਗ ਲੱਤਾ ਮਨ ਗਾਵੈ। ਹਰੀ ਪਰਿਪੂਰਨ ਪਰਮਾਤਮਾ ਜਿਉ ਕੇ ਨਾਮ ਰੰਗ ਦੇ ਅੰਦਰ ਰੱਤਾ ਹੋਇਆ ਮਨ ਗਾ ਰਿਹਾ ਹੈ। ਰਸ ਰਸਾ ਰਸ ਰਸਾਲ ਰਸ ਸ਼ਬਦ ਰਵਈਆ। ਉਹ ਰਸਾਂ ਦਾ ਘਰ ਪਰਿਪੂਰਨ ਪਰਮਾਤਮਾ ਉਹਦੇ ਸ਼ਬਦ ਰਵਈਆ ਕਹੀਏ, ਉਹਦੇ ਸ਼ਬਦਾਂ ਦੇ ਅੰਦਰ ਜੁੜਿਆ ਹੈ। ਹਰ ਕੈ ਰੰਗ ਰੱਤਾ ਮਨ ਗਾਵੈ, ਰਸ ਰਸਾਲ ਰਸ ਸ਼ਬਦ ਰਵਈਆ। ਉਹ ਰਸਾਂ ਦੇ ਘਰ ਉਸ ਪਰਿਪੂਰਨ ਪਰਮਾਤਮਾ ਜਿਉ ਕੇ ਨਾਮ ਰੂਪੀ ਉੱਤਮ ਰਸ ਨੂੰ ਇਹ ਪੀਵੰਦਾ ਹੈ। ਨਿਜ ਘਰ ਧਾਰ ਚੁਐ ਅਤ ਨਿਰਮਲ। ਨਿਜ ਘਰ ਧਾਰ ਪਰਿਪੂਰਨ ਪਰਮਾਤਮਾ ਜਿਉ ਕੇ ਨਾਮ ਰੂਪੀ
ਰਸ ਅੰਮ੍ਰਿਤ ਰੂਪੀ ਧਾਰ ਜੋ ਲਗਾਤਾਰ ਫਿਰ ਉਹਦੇ ਹਿਰਦੇ ਦੇ ਅੰਦਰ ਟਪਕਦੀ ਹੈ। ਉਹ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਲਗਾਤਾਰ ਹੀ ਜੀਵਨ ਵਿੱਚ ਪੀਵੰਦਾ ਹੈ। ਹਰ ਵੇਲੇ ਹੀ ਪਰਿਪੂਰਨ ਪਰਮਾਤਮਾ ਜਿਉਂ ਕਿ ਨਾਮ ਨੂੰ ਉਹ ਜੀਵਨ ਵਿੱਚ ਮਾਣਦਾ ਹੈ। ਜਿਨ ਪੀਆ ਤਿਨ ਹੀ ਸੁਖ ਲਹੀਆ। ਹੇ ਭਾਈ, ਜਿਨੇ ਫਿਰ ਉਹ ਨਾਮ ਪੀਤਾ ਉਹਨੇ ਹੀ ਵੱਡਾ ਸੁਖ ਪ੍ਰਾਪਤ ਕੀਤਾ ਹੈ। ਉਹਨਾਂ ਦੇ ਲਭਾਂ ਨੂੰ, ਉਹਨਾਂ ਦਿਆਂ ਬੁੱਲਾਂ ਨੂੰ ਪਰਿਪੂਰਨ ਪਰਮਾਤਮਾ ਜਿਉਂ ਕਾ ਨਾਮ ਦੀ ਭਾਵ ਇਹ ਪਿਆਲਾ ਲੱਗਾ ਹੋਇਆ ਹੈ। ਨਾਮ ਦਾ ਇਹ ਪਿਆਲਾ ਪੀਵਦੇ ਹਨ। ਮਨ ਹਠ ਕਰਮ ਕਰੈ ਅਭਿਮਾਨੀ। ਹੇ ਭਾਈ, ਹੁਣ ਦੂਸਰੇ ਪਾਸੇ ਗੱਲ ਮਹਾਰਾਜੀਆਂ ਨੇ ਮਨ ਹਠ ਮਨਮੁਖ ਦੀ ਵੀ ਕੀਤੀ ਹੈ। ਕਹਿੰਦੇ ਜੀਵ ਨੇ ਕਰਮ ਕਾਂਡ ਕੀਤੇ ਹਨ ਮਨ ਦੇ ਹੱਠ ਦੇ ਨਾਲ। ਵੇਖੋ ਸਤਿਗੁਰੂ ਮਹਾਰਾਜ ਜੀਓ ਕਿ ਘਰ ਦੇ ਅੰਦਰ ਧਿਆਨ ਦੇਣਾ ਹੁਣ ਇਸ ਨੁਕਤੇ ਤੇ। ਕੱਲ ਵੀ ਮੇਰਾ ਖਿਆਲ ਪਰਸੋਂ ਸ਼ਬਦ ਵਿਚਾਰ ਸੀ, ਮਨ ਹਠ ਤਥਾ ਪ੍ਰੇਮ ਕੀ ਹੈ। ਮਨ ਹਠ ਕਰਮ ਕਰੈ ਅਭਿਮਾਨੀ। ਅਭਿਮਾਨੀ ਨੇ ਕੰਮ ਕੀਤਾ ਮਨ ਦੇ ਹੱਠ ਦੇ ਨਾਲ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਜਿਹੜੀ ਸੰਧਿਆ ਵੇਲੇ ਦੀ ਇੱਥੇ ਸਥਾਨਾਂ ਤੇ ਕਥਾ ਵਾਰਤਾ ਚੱਲ ਰਹੀ ਹੈ, ਸੁਮੇਰ ਪਰਬਤ ਤੇ ਮਹਾਰਾਜ ਜੀ ਜਦੋਂ ਪਹੁੰਚਦੇ ਨੇ ਉੱਥੇ ਵੀ ਇਹੋ ਹੀ ਵਿਚਾਰ ਚੱਲੀ, ਭਾਈ ਤੁਸੀਂ ਮਨ ਹੱਠ ਦੇ ਨਾਲ ਲੰਮੀਆਂ ਲੰਮੀਆਂ ਸਾਧਨਾਵਾਂ ਸਾਧ ਲਈਆਂ, ਇਹਦੇ ਨਾਲ ਕੱਲੀ ਸਾਧਨਾ ਸਾਧੀ ਜਿੱਥੇ ਤੁਹਾਡੀ ਉਮਰ ਵਧੀ, ਤੁਹਾਡਾ ਅਹੰਕਾਰ ਵੀ ਵੱਧ ਗਿਆ। ਕੱਲੀ ਮਹਾਰਾਜ ਕਹਿੰਦੇ ਤੁਸੀਂ ਉਮਰ ਨਹੀਂ ਵਧਾਈ, ਉਮਰ ਵਧਾਉਂਦਿਆਂ ਵਧਾਉਂਦਿਆਂ ਤੁਸੀਂ ਆਪਣਾ ਮਾਣ ਅਹੰਕਾਰ ਵੀ ਵਧਾ ਲਿਆ। ਇਹ ਕਈ ਵਾਰ ਸੇਵਾ ਕਰਦਿਆਂ ਕਰਦਿਆਂ ਸੂਖਸ਼ਮ ਹਉਮੈ ਵੀ ਪੈਦਾ ਹੁੰਦੀ ਹੈ, ਜਿਹਦੇ ਤੋਂ ਅਤਿਅੰਤ ਸੇਵਕ ਜਨ ਨੂੰ, ਉਸ ਮਾਰਗ ਦੇ ਉੱਪਰ ਤੁਰਨ ਵਾਲੇ ਪਾਂਧੀ ਨੂੰ ਅਤਿਅੰਤ ਸਾਵਧਾਨੀ ਨਾਲ ਤੁਰਨ ਦੀ ਲੋੜ ਹੈ। ਕਿਤੇ ਨਾਮ ਸਿਮਰਨ ਦੇ ਨਾਲ, ਨਾਮ ਸਿਮਰਨ ਦੇ ਨਾਲ ਤਾਂ ਹਉਮੈ ਖਤਮ ਹੋਣੀ ਹੈ, ਸੇਵਾ ਸਿਮਰਨ ਦੇ ਨਾਲ ਤਾਂ ਹਉਮੈ ਖਤਮ ਹੋਣੀ ਹੈ, ਕਥਾ ਕਰਨ ਦੇ ਨਾਲ, ਕਥਾ ਸੁਣਨ ਦੇ ਨਾਲ ਤਾਂ ਹਉਮੈ ਖਤਮ ਹੋਣੀ ਹੈ। ਕਥਾ ਕਰਦਿਆਂ ਹਿਰਦੇ ਅੰਦਰ ਇਹੋ ਆ ਗਿਆ, ਮੇਰੇ ਜੈਸੀ ਕਥਾ ਵਾਰਤਾ ਕੋਈ ਹੋਰ ਨਹੀਂ ਕਰਦਾ, ਮੇਰੇ ਜੈਸਾ ਕੋਈ ਨਾਮ ਸਿਮਰਨ ਭਜਨੀਕ ਨਹੀਂ ਹੈ। ਭਾਈ ਉਹ ਹਉਮੈ ਦਾ ਇੱਕ ਸਵਰੂਪ ਪੈਦਾ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਰਹਿਮਤ ਕੀਤੀ, ਉਸ ਥਾਂ ਤੇ ਉਹਨਾਂ ਨੂੰ ਜਦੋਂ ਸਮਝਾਇਆ ਜਾਂ ਪਾਵਨ ਪਵਿੱਤਰ ਬਾਣੀ ਅੰਦਰ ਤੁਰੇ ਤਾਂ ਹੈਨ ਉਹ, ਪਰ ਉਹ ਕਰਮ ਕਾਂਡ ਕਰ ਰਹੇ ਹਨ। ਮਨ ਹੱਠ ਕਰਮ ਕਰੈ ਅਭਿਮਾਨੀ। ਮਨ ਦੇ ਹੱਠ ਦੇ ਨਾਲ ਅਭਿਮਾਨੀ ਨੇ ਕਰਮ ਕੀਤਾ ਹੈ। ਜਿਉ ਬਾਲਕ ਬਾਲੋ ਘਰ ਉਸਰਈਆ। ਜਿਵੇਂ ਬਾਲਕ ਨੇ, ਇੱਕ ਬੱਚੇ ਨੇ ਸਮੁੰਦਰ ਦੇ ਕੰਢੇ ਤੇ ਰੇਤ ਸੀ ਤੇ ਰੇਤ ਦਾ ਘਰ ਬਣਾ ਲਿਆ। ਬੱਚੇ ਬਣਾਉਂਦੇ ਨੇ ਨਾ, ਮਿੱਟੀ ਦੇ ਅੰਦਰ ਖੇਡਦਿਆਂ ਖੇਡਦਿਆਂ ਬੱਚਿਆਂ ਨੇ ਘਰ ਬਣਾਇਆ। ਜਿਉਂ ਬਾਲਕ ਬਾਲੂ ਘਰ ਉਸਰਈਆ। ਜਿਵੇਂ ਉਹਨਾਂ ਨੇ ਘਰ ਸਿਰਜਿਆ ਹੈ ਬੱਚਿਆਂ ਨੇ, ਕਹਿੰਦੇ ਜਿਹੜਾ ਕਰਮ ਕਾਂਡੀ ਹੈ ਉਹਦੇ ਕਰਮ ਵੀ ਇਸੇ ਤਰ੍ਹਾਂ ਹਨ। ਭਾਵ ਉਹ ਕੋਈ ਸਥਿਰਤਾ ਨਹੀਂ ਹੈ ਉਹਨਾਂ ਦੇ ਕੰਮਾਂ ਵਿੱਚ, ਉਹਨਾਂ ਦੇ ਕੰਮ ਵੀ ਐਸੇ ਹਨ। ਸਤਿਗੁਰੂ ਜੀਆਂ ਨੇ ਉਦਾਹਰਣ ਦਿੱਤੀ, ਕਿਵੇਂ ਜੀ? ਜਿਵੇਂ ਇੱਕ ਬੱਚੇ ਨੇ, ਜਿਵੇਂ ਇੱਕ ਬਾਲਕ ਨੇ ਬਾਲੂ ਦਾ, ਰੇਤ ਦਾ ਘਰ ਉਸਾਰਿਆ ਹੈ। ਆਵੈ ਲਹਿਰ ਸਮੁੰਦ ਸਾਗਰ ਕੀ। ਕਹਿੰਦੇ ਫਿਰ ਉਸ ਥਾਂ ਤੇ ਸਮੁੰਦਰ ਦੀ ਲਹਿਰ ਆਈ। ਸਮੁੰਦਰ ਦੀ ਲਹਿਰ ਆਈ ਹੋਈ ਲਹਿਰ ਨੇ ਖਿਨ ਮਹਿ ਭਿੰਨ ਭਿੰਨ ਟਹਿ ਪਈਆ। ਕਹਿੰਦੇ ਆਵੈ ਲਹਿਰ ਸਮੁੰਦ ਸਾਗਰ ਕੀ। ਬੱਚੇ ਨੇ ਘਰ ਬਣਾਇਆ ਸਮੁੰਦਰ ਦੇ ਕੰਢੇ ਤੇ। ਕਾਹਦਾ ਬਣਾਇਆ ਜੀ? ਬਾਲੂ ਦਾ। ਆਵੈ ਲਹਿਰ ਸਮੁੰਦ ਸਾਗਰ ਕੀ, ਖਿਨ ਮੈਂ ਭਿੰਨ ਭਿੰਨ ਢਹਿ ਪਈਆ। ਉਸੇ ਵਕਤ ਹੀ ਆਈ ਹੋਈ ਲਹਿਰ ਦੇ ਨਾਲ ਉਹਨਾਂ ਦੇ ਬਣਾਏ ਹੋਏ ਘਰ ਵੀ ਸਾਰੇ ਖਤਮ ਹੋ ਗਏ। ਇਸੇ ਤਰ੍ਹਾਂ ਹੀ ਮਨ ਹੱਠ ਦੇ ਨਾਲ ਕੀਤੇ ਹੋਏ ਜਿਹੜੇ ਕਰਮ ਧਰਮ ਸਨ ਉਹ ਵੀ ਇਸੇ ਤਰ੍ਹਾਂ ਹੀ ਨਾਸ਼ ਹੋ ਗਏ। ਭਾਵ ਉਹਨਾਂ ਦੇ ਅੰਦਰ ਸਥਿਰਤਾ ਨਹੀਂ ਹੈ। ਮਨਮੁਖ ਮਨ ਹੱਠ ਜਿਹੜੇ ਕਰਮ ਸਨ, ਜਿਹੜੇ ਅਭਿਮਾਨ ਸਹਿਤ ਜਿਨ੍ਹਾਂ ਨੇ ਭਾਵ ਉਹ ਕਾਰਜ ਕੀਤੇ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਉਦਾਹਰਣ ਦਿੰਦੇ ਹਨ। ਤਥਾ ਇਸੇ ਉਦਾਹਰਣ ਦੇ ਨਾਲ ਸਤਿਗੁਰੂ ਫਿਰ ਅਗਲੀ ਉਦਾਹਰਣ ਇਹ ਵੀ ਬਖਸ਼ਦੇ ਹਨ, ਜਗਤ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਬ੍ਰਹਮ ਦੀ ਅਭੇਦਤਾ ਦੱਸਦੇ ਹਨ। ਹੇ ਮੇਰੇ ਮਾਲਕ ਜੀ, ਜੇ ਇਹ ਜਗਤ ਆਪ ਜੀ ਦਾ ਹੀ ਤਾਂ ਸਿਰਜਿਆ ਹੋਇਆ ਹੈ, ਹੁਣ ਉਸੇ ਜਗਤ ਦੇ ਨਾਲ ਪਰਿਪੂਰਨ ਪਰਮਾਤਮਾ ਉਸ ਬ੍ਰਹਮ ਦੀ ਅਭੇਦਤਾ ਬਿਆਨ ਕਰਦੇ ਹਨ। ਹਰ ਸਰ ਸਾਗਰ ਹਰ ਹੈ ਆਪੇ। ਇਹ ਪਰਿਪੂਰਨ ਪਰਮਾਤਮਾ ਹਰ ਸਰ ਸਾਗਰ, ਆਪ ਹੀ ਸਾਗਰ ਹੋ, ਤਥਾ ਆਪ ਹੀ ਉਹ ਲਹਿਰ, ਤਥਾ ਆਪ ਹੀ ਉਹ ਜਗਤ ਹੋ। ਇਹੋ ਜਗ ਹੈ ਸਭ ਖੇਲ ਖੇਲਈਆ। ਇਹ ਪਰਿਪੂਰਨ ਪਰਮਾਤਮਾ ਆਪੇ ਸਾਗਰ, ਆਪੇ ਇਹ ਜਗਤ। ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖਲਈਆ। ਇਹ ਮੇਰੇ ਮਾਲਕ ਸੱਚੇ ਪਾਤਸ਼ਾਹ, ਇਹ ਤੁਹਾਡੀ ਜਗਤ ਦੀ ਆਪਣੀ ਸਿਰਜੀ ਹੋਈ ਖੇਡ ਹੈ। ਇਉਂ ਕਹਿ ਲਈਏ ਕਿ ਮਾਲਕ ਜੀ ਸਿਰਜਣ ਵਾਲਾ ਵੀ ਤੂੰ ਹੈ, ਤਥਾ ਨਾਸ਼ ਕਰਨ ਵਾਲਾ ਵੀ ਤੂੰ ਹੈ। ਮਾਲਕ ਜੀ ਸਿਰਜਦੇ ਵੀ ਤੁਸੀਂ ਆਪ ਹੋ, ਤਥਾ ਨਾਸ਼ ਵੀ ਕਰਨ ਹਾਰੇ ਤੁਸੀਂ ਆਪ ਹੋ। ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖਲਈਆ। ਤਥਾ ਇਹ ਜਗਤ ਦਾ ਜਿਹੜਾ ਆਉਣਾ ਜਾਣਾ ਉਹ ਉਸੇ ਤਰ੍ਹਾਂ ਹੀ ਹੈ। ਅਤ ਸਤਿਕਾਰਯੋਗ ਯਾਨੀ ਸੰਤ ਸਿੰਘ ਜੀ ਮਸਕੀਨ ਅਕਸਰ ਇਹ ਉਦਾਹਰਣ ਦਿੰਦੇ ਸਨ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਇੱਕ ਤਾਂ ਜਿਹੜੀ ਉਦਾਹਰਣ ਇਸ ਪ੍ਰਕਰਣ ਤੇ ਦਿੱਤੀ, ਇੱਕ ਉਦਾਹਰਣ ਦਿੱਤੀ ਜਗਤ ਦੀ ਨਾਸ਼ਮਾਨਤਾ ਤੇ। ਜਗਤ ਦੀ ਨਾਸ਼ਮਾਨਤਾ ਕਿਸ ਤਰ੍ਹਾਂ ਹੈ? ਜਿਸ ਤਰ੍ਹਾਂ ਬੱਚੇ ਨੇ ਘਰ ਉਸਾਰਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚੇ ਸਮੁੰਦਰ ਦੇ ਕਿਨਾਰੇ ਖੇਡਦੇ ਰਹੇ, ਮਿੱਟੀ ਦੇ ਘਰ ਬਣਾਏ, ਚਾਈ ਚਾਈ ਸ਼ਾਮਾਂ ਪਈਆਂ। ਮਾਂ ਨੇ ਘਰ ਆਵਾਜ਼ ਦਿੱਤੀ, ਬੱਚੇ ਜਿਵੇਂ ਆਏ ਤੁਰਨ ਤੋਂ ਪਹਿਲਾਂ ਜਿੰਨੇ ਚਾਅ ਦੇ ਨਾਲ ਘਰ ਬਣਾਇਆ, ਓਨੇ ਚਾਅ ਦੇ ਨਾਲ ਇੱਕ ਦੂਸਰੇ ਦਾ ਘਰ ਵੀ ਢਾਣ ਲੱਗੇ। ਸਵੇਰ ਦੇ ਲੱਗੇ ਹਨ ਸਿਰਜਣ, ਜਦੋਂ ਮਾਂ ਨੇ ਸ਼ਾਮ ਦੇ ਵੇਲੇ ਘਰ ਆਵਾਜ਼ ਦਿੱਤੀ, ਇੱਕ ਦੂਸਰੇ ਦੇ ਬਣਾਏ ਹੋਏ ਘਰ ਨੂੰ ਲੱਤਾਂ ਮਾਰ ਕੇ ਢਾਣ ਵੀ ਲੱਗੇ। ਮਹਾਰਾਜ ਕਹਿੰਦੇ ਦੱਸੋ ਭਾਈ, ਹੁਣ ਢਾਉਂਦਿਆਂ ਹੋਇਆਂ ਕਿਸੇ ਦੇ ਮਨ ਵਿੱਚ ਕੋਈ ਸ਼ੋਕ ਹੋਇਆ? ਕਿਸੇ ਦੇ ਮਨ ਦੇ ਅੰਦਰ ਕੋਈ ਰੰਜ ਆਇਆ? ਕੋਈ ਇਹਦੇ ਵਿੱਚ ਆਇਆ? ਆਪੇ ਬਣਾਇਆ, ਆਪੇ ਉਹਨਾਂ ਢਾ ਦਿੱਤਾ। ਹੇ ਪਰਿਪੂਰਨ ਪਰਮਾਤਮਾ, ਇਸੇ ਤਰ੍ਹਾਂ ਇਹ ਜਗਤ ਹੈ, ਆਪੇ ਤੂੰ ਬਣਾਉਣ ਵਾਲਾ ਹੈ, ਆਪੇ ਹੀ ਤੂੰ ਢਾਣ ਵਾਲਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਉਹਨਾਂ ਦੇ ਫਰਜ਼ੰਦ ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਚੜ੍ਹਾਈ ਕਰ ਗਏ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਮਹਾਰਾਜ ਜੀਆਂ ਦੇ ਰਿਸ਼ਤੇ ਵਿੱਚ ਸਾਂਢੂ ਦਾ ਰਿਸ਼ਤਾ ਹੈ ਭਾਈ ਸਾਈਂ ਦਾਸ ਜੀ ਦਾ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਕੋਲ ਆਏ ਤੇ ਮਹਾਰਾਜ ਜੀਆਂ ਦੇ ਕੋਲ ਜਦੋਂ ਬੈਠਿਆਂ ਸਾਰੀਆਂ ਸੰਗਤਾਂ ਹੋਰ ਵੀ ਆਣ ਕੇ ਜੁੜੀਆਂ, ਭਾਈ ਸਾਈਂ ਦਾਸ ਜੀ ਵੀ ਉੱਥੇ ਆਣ ਕੇ ਬੈਠ ਗਏ। ਮਹਾਰਾਜ ਜੀਆਂ ਨੂੰ ਬਚਨ ਕਰਨ ਲੱਗੇ, ਪਾਤਸ਼ਾਹ ਆਪ ਜੀਆਂ ਦਾ ਫਰਜ਼ੰਦ, ਆਪ ਜੀਆਂ ਦਾ ਸਪੁੱਤਰ ਚੜ੍ਹਾਈ ਕਰ ਗਿਆ ਹੈ। ਗੁਰਦੇਵ ਮਹਾਰਾਜ ਜੀਆਂ ਨੇ ਨਾ ਸਾਈਂ ਦਾਸ ਜੀਆਂ ਨੂੰ, ਜਾਂ ਸਾਨੂੰ ਕਹਿ ਲਈਏ, ਸਾਨੂੰ ਸਮਝਾਉਣ ਵਾਸਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ, ਸਾਈਂ ਦਾਸ ਆ ਧਰਤੀ ਤੇ ਬੈਠਿਆਂ ਲੀਕ ਖਿੱਚੋ। ਸਾਈਂ ਦਾਸ ਜੀਆਂ ਨੇ ਲੀਕ ਖਿੱਚੀ, ਬੈਠਿਆਂ ਹੋਇਆਂ ਹੱਥ ਦੇ ਨਾਲ ਹੀ ਧਰਤੀ ਤੇ। ਮਹਾਰਾਜ ਕਹਿੰਦੇ ਇਹਨੂੰ ਮੇਟ ਦਿਓ। ਸਾਈਂ ਦਾਸ ਜੀਆਂ ਨੇ ਬੈਠਿਆਂ ਹੋਇਆਂ ਹੱਥ ਦੇ ਨਾਲ ਹੀ ਲੀਕ ਸੀ ਜਿਹੜੀ ਖਿੱਚੀ ਹੋਈ ਮਿਟਾ ਦਿੱਤੀ। ਮਹਾਰਾਜ ਕਹਿੰਦੇ ਕੁਝ ਸਮਝੇ ਇਹਦੇ ਵਿੱਚੋਂ? ਪਾਤਸ਼ਾਹ ਦੇ ਵਿੱਚ ਕੀ ਸਮਝਣਾ ਸੀ? ਤੁਸਾਂ ਹੁਕਮ ਕੀਤਾ ਲੀਕ ਖਿੱਚਣ ਦਾ, ਖਿੱਚ ਦਿੱਤੀ। ਤੁਸਾਂ ਹੁਕਮ ਕੀਤਾ ਢਾਣ ਦਾ, ਮੈਂ ਢਾ ਦਿੱਤੀ। ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਇਹੋ ਹੀ ਤਾਂ ਜਗਤ ਦੀ ਉਹ ਖੇਡ ਹੈ। ਆਪੇ ਉਹ ਪਰਿਪੂਰਨ ਪਰਮਾਤਮਾ ਖਿੱਚਣ ਵਾਲਾ, ਆਪੇ ਹੀ ਉਹ ਮਿਟਾਉਣ ਵਾਲਾ ਹੈ। ਉਸ ਪਰਿਪੂਰਨ ਪਰਮਾਤਮਾ ਦੀ ਰਜ਼ਾ ਦੇ ਅੰਦਰ ਜੀਵ ਆਇਆ, ਉਸੇ ਪਰਿਪੂਰਨ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਇਹ ਜੀਵ ਇਸ ਸੰਸਾਰ ਤੋਂ ਚਲਾ ਗਿਆ। ਉਸ ਪਰਿਪੂਰਨ ਪਰਮਾਤਮਾ ਨੇ ਆਵਣ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ।
ਮਹਾਰਾਜ ਜੀ ਬਚਨ ਕਰਦੇ ਹਨ ਭਾਈ, ਉਹ ਆਪ ਹੀ ਸਾਗਰ ਹੈ। ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖੇਲਈਆ। ਇਹੋ ਜਗਤ ਮਾਲਕ ਜੀ ਨੇ ਸਾਰੇ ਪਾਸੇ ਉਸ ਪਰਿਪੂਰਨ ਪਰਮਾਤਮਾ ਜੀਓ ਨੇ ਇਹ ਜਿਹੜੀ ਖੇਡ ਹੈ ਉਹ ਸਿਰਜੀ ਹੋਈ ਹੈ। ਜਿਉ ਜਲ ਤਰੰਗ ਜਲ ਜਲ ਹੈ ਸਮਾਵ ਹੈ। ਜਿਸ ਤਰ੍ਹਾਂ ਉੱਠੀਆਂ ਹੋਈਆਂ ਜਲ ਦੀਆਂ ਤਰੰਗਾਂ ਮੁੜ ਜਲ ਦੇ ਅੰਦਰ ਹੀ ਸਮਾ ਜਾਂਦੀਆਂ ਹਨ, ਜਲ ਦੇ ਵਿੱਚੋਂ ਉੱਠੀਆਂ ਜਲ ਦੇ ਵਿੱਚ ਹੀ ਸਮਾ ਗਈਆਂ। ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ। ਉਹਦੇ ਵਿੱਚੋਂ ਹੀ ਉੱਠੀਆਂ ਹਨ ਤਥਾ ਜਲ ਦੇ ਅੰਦਰ ਹੀ ਉੱਠੀਆਂ ਹੋਈਆਂ ਤਰੰਗਾਂ ਸਮਾ ਗਈਆਂ। ਨਾਨਕ ਆਪੇ ਆਪ ਰਮਈਆ। ਇਹ ਭਾਈ ਜਿਉਂ ਜਲ ਤਰੰਗ ਜਲ ਜਲੈ ਸਮਾਵੈ, ਨਾਨਕ ਆਪੇ ਆਪ ਰਮਈਆ। ਉਹ ਪਰਿਪੂਰਨ ਪਰਮਾਤਮਾ ਜੀ ਦੀ ਸਾਜੀ ਹੋਈ ਖੇਡ, ਉਸ ਪਰਿਪੂਰਨ ਪਰਮਾਤਮਾ ਜੀ ਦੀ ਬਣਾਈ ਹੋਈ ਇਹ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਉਸ ਪਰਿਪੂਰਨ ਪਰਮਾਤਮਾ ਦੀ ਸਿਰਜੀ ਹੋਈ। ਆਪ ਹੀ ਉਹ ਪਰਿਪੂਰਨ ਪਰਮਾਤਮਾ ਭਾਈ ਸਾਰੇ ਪਾਸੇ ਰਮਿਆ ਹੋਇਆ ਹੈ। ਉਹ ਪਰਿਪੂਰਨ ਪਰਮਾਤਮਾ ਜੀ ਦੀ ਜੋਤ ਸਾਰੇ ਪਾਸੇ ਹੀ ਰਮੀ ਹੋਈ ਹੈ। ਸਤਿਗੁਰੂ ਸ਼੍ਰੀ ਗੁਰੂ अर्जन देव महाराज जियों के पावन पवित्र श्री मुख वाक आए सन, और धन धन सतगुरु श्री गुरु रामदास महाराज जियों की पावन पवित्र बाणी विचों जो लड़ीवार पावन पवित्र शब्द विचार सी साध संगत जियो चल रही सी। एक पावन पवित्र शब्द की कथा विचार आप साध संगत जियां दे नाल साध संगत जियो सांझी कीती है। महाराज जियों के पावन पवित्र शब्दां की कथा विचार करदियां एक नहीं अनेकां गलतियां हो गईयां हन। सतगुरु जी तथा सतगुरु जी की संगत बख्शण योग है। साध संगत जियो बख्श लैना जी। वाहिगुरु 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 वाहिगुरु। मैं कर देना। वाहिगुरु 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 वाहे वाहिगुरु 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 वाहिगुरु